ਧੰਨ ਵਾਹਿਗੁਰੂ ਜੀਓ। ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵਹਿੰਗੀ। ਸੁਨਹਿ ਸੁਨ ਮਿਲਿਆ ਸਮਦਰਸ਼ੀ, ਪਵਨ ਰੂਪ ਹੋਏ ਜਾਵੈਂਗੇ। ਬਹੁਰ ਹਮ ਕਾਹੇ ਆਵੈਂਗੇ, ਆਵਨ ਜਾਨਾ ਹੁਕਮ ਤਿਸੈ ਕਾ। ਹੁਕਮੈ ਬੁਝ ਸਮਾਵੈਂਗੇ ਰਹਾਉ। ਜਬ ਚੂਕੈ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵੈਂਗੇ। ਦਰਸ਼ਨ ਛੋੜ ਭਏ ਸਮਦਰਸ਼ੀ, ਏਕੋ ਨਾਮ ਧਿਆਵੈਂਗੇ। ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੈਂਗੇ। ਹਰ ਜੀ ਕਿਰਪਾ ਕਰੇ ਜੋ ਆਪਣੀ, ਤਉ ਗੁਰ ਕੀ ਸ਼ਬਦ ਸਮਾਵੈਂਗੇ। ਜੀਵਤ ਮਰਹੁ ਮਰੋ ਪੁਨ ਜੀਵਹੁ, ਪੁਨਰਪ ਜਨਮ ਨ ਹੋਈ। ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਿਆ ਲਿਵ ਸੋਈ। ਜੀਵਤ ਮਰਹੁ ਮਰੋ ਪੁਨ ਜੀਵਹੁ, ਪੁਨਰਪ ਜਨਮ ਨ ਹੋਈ। ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਿਆ ਲਿਵ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ, ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ। ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਵਿਚਾਰਨ ਦਾ ਆਪਾਂ ਯਤਨ ਕਰਦੇ ਹਾਂ। ਸੋ ਆਪ ਜੀ ਨੇ ਇਸੇ ਹੀ ਲੜੀ ਤਹਿਤ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚੋਂ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1103 ਅਤੇ 4 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸਤਿਗੁਰੂ ਨੇ ਬਾਣੀ ਵਿੱਚ ਪਰਮੇਸ਼ਰ ਦਾ ਅਤੇ ਜੀਵ ਦਾ ਆਤਮਕ ਤੌਰ ਉੱਤੇ ਕੋਈ ਭੇਦ ਨਹੀਂ ਮੰਨਿਆ। ਸਤਿਗੁਰਾਂ ਦਾ ਬਾਣੀ ਵਿੱਚ ਇਹ ਕਹਿਣਾ ਕਿ ਜੀਵ
ਉਸ ਪਰਮੇਸ਼ਰ ਸੱਤਾ ਦਾ ਹੀ ਇੱਕ ਭਾਗ ਹੈ, ਇੱਕ ਹਿੱਸਾ ਹੈ, ਉਹਦਾ ਹੀ ਅੰਸ਼ ਹੈ, ਉਹਦਾ ਹੀ ਰੂਪ ਹੈ। ਪਰ ਮਨੁੱਖ ਆਪਣੇ ਅਗਿਆਨ ਕਾਰਨ ਆਪਣੇ ਵਿੱਚ ਅਤੇ ਬ੍ਰਹਮ ਵਿੱਚ ਭਾਵ ਸੱਚ ਪਰਮੇਸ਼ਰ ਵਿੱਚ ਫਰਕ ਸਮਝਦਾ ਹੈ, ਭੇਦ ਸਮਝਦਾ ਹੈ। ਇਸ ਭੁਲੇਖੇ ਦਾ ਸ਼ਿਕਾਰ ਹੈ ਕਿ ਮੈਂ ਕੁਝ ਹੋਰ ਹਾਂ ਅਤੇ ਬ੍ਰਹਮ ਪਰਮੇਸ਼ਰ ਸੱਚ ਕੁਝ ਹੋਰ ਹੈ। ਇਸ ਨੂੰ ਬਾਣੀ ਨੇ ਭਰਮ ਵੀ ਕਿਹਾ। ਅਗਿਆਨ ਦਾ ਕਾਰਨ, ਅਜਿਹਾ ਮੰਨਣ ਦਾ ਕਾਰਨ ਅਗਿਆਨ ਦੱਸਿਆ। ਹੰਕਾਰ ਵੀ ਕਿਹਾ। ਇਹ ਸਤਿਗੁਰੂ ਨੇ ਬਾਣੀ 'ਚ ਵਿਆਖਿਆ ਕੀਤੀ ਹੈ। ਧਨ ਪਿਰਕਾ ਇੱਕ ਹੀ ਸੰਗਵਾਸਾ, ਵਿੱਚ ਹਉਮੈ ਭੀਤ ਕਰਾਰੀ। ਸਤਿਗੁਰੂ ਨੇ ਕਿਹਾ ਬੜੀ ਮਜ਼ਬੂਤ ਹਉਮੈ ਦੀ ਦੀਵਾਰ ਹੈ, ਹਉਮੈ ਦੀ ਕੰਧ ਹੈ, ਜਿਸ ਕਰਕੇ ਭੇਦ ਇਹ ਫਰਕ ਪ੍ਰਤੀਤ ਹੁੰਦਾ ਹੈ। ਅਗਿਆਨ ਦੇ ਕਾਰਨ, ਬੇਸਮਝੀ ਦੇ ਕਾਰਨ, ਸਵੈ ਸੋਝੀ ਨਾ ਹੋਣ ਦੇ ਕਾਰਨ ਮਨੁੱਖ ਆਪਣੇ ਆਪ ਨੂੰ ਉਸ ਪਰਮੇਸ਼ਰ ਤੋਂ ਵੱਖਰਾ ਜਾਣ ਕੇ ਆਪਣੀ ਵੱਖਰੀ ਹਸਤੀ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ ਔਰ ਸੰਸਾਰ ਨੂੰ ਇਹ ਜਤਾਉਂਦਾ ਰਹਿੰਦਾ ਹੈ ਕਿ ਮੈਂ ਕੁਝ ਹਾਂ, ਮੈਂ ਕੁਝ ਵੱਖਰਾ ਹਾਂ, ਮੈਂ ਕੁਝ ਕਰਨਹਾਰ ਹਾਂ। ਬਾਕੀ ਜਿੰਨੇ ਵੀ ਅੱਗੇ ਰਸਤੇ ਤੈਅ ਕਰਦਾ ਉਹ ਅਗਿਆਨਤਾ ਦੇ ਕਾਰਨ ਕਰਦਾ ਹੈ, ਬੇਸਮਝੀ ਦੇ ਕਾਰਨ ਕਰਦਾ ਹੈ। ਭਗਤ ਰਵਿਦਾਸ ਜੀ ਮਹਾਰਾਜ ਦਾ ਮੁਬਾਰਕ ਸ਼ਬਦ ਆਪਾਂ ਵਿਚਾਰਿਆ ਸੀ ਕਾਫੀ ਸਮਾਂ ਪਹਿਲਾਂ। ਉਹਨਾਂ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ, ਮੇਰੇ ਵਿੱਚ, ਮੇਰੇ ਤੇ ਤੇਰੇ ਵਿੱਚ ਕੀ ਫਰਕ ਹੈ, ਕਿਹੋ ਜਿਹਾ ਫਰਕ ਹੈ, ਕਿੰਨਾ ਕੁ ਫਰਕ ਹੈ। ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਨੇ ਜਿਵੇਂ ਸੋਨਾ ਤੇ ਸੋਨੇ ਤੋਂ ਬਣੇ ਹੋਏ ਕੜੇ ਗਹਿਣੇ ਆਦਿਕ। ਹੁਣ ਧਾਤ ਇੱਕ ਹੈ। ਮਨੁੱਖ ਨੇ ਆਪਣੇ ਸਰੀਰ ਦੇ ਅੰਗਾਂ ਨੂੰ ਸਜਾਉਣ ਵਾਸਤੇ ਵੱਖ-ਵੱਖ ਕਿਸਮ ਦੇ ਗਹਿਣਿਆਂ ਦੀ ਘਾੜਤ ਘੜੀ। ਕੁਝ ਗਲ ਵਿੱਚ ਪਹਿਨਦਾ ਹੈ, ਕੋਈ ਹੱਥ ਵਿੱਚ ਪਹਿਨਦਾ ਹੈ, ਕੁਝ ਕੰਨਾਂ ਜਾਂ ਨੱਕ ਵਿੱਚ ਪਹਿਨਦਾ ਹੈ। ਭਾਵੇਂ ਉਹ ਗਹਿਣੇ ਸਾਰੇ ਸੋਨੇ ਦੇ ਹੋਣ, ਇੱਕ ਹੀ ਧਾਤ ਦੇ ਹੋਣ, ਪਰ ਉਹਨਾਂ ਦੀ ਬਣਾਵਟ ਵੱਖਰੀ ਵੱਖਰੀ ਬਣਾਉਂਦਾ ਹੈ। ਵੀ ਕੰਨ ਵਿੱਚ ਪਹਿਨਣ ਵਾਲੇ ਗਹਿਣੇ ਦੀ ਬਣਾਵਟ ਹੋਰ ਹੈ, ਗਲ ਵਿੱਚ ਪਹਿਨਣ ਵਾਲੇ ਦੀ ਹੋਰ ਹੈ, ਗੁੱਟ ਤੇ ਸਜਾਉਣ ਵਾਲੇ ਦੀ ਹੋਰ ਹੈ। ਫਿਰ ਉਹਨਾਂ ਦੇ ਨਾਮ ਵੱਖਰੇ ਵੱਖਰੇ ਧਰੇ ਨੇ ਤਾਂ ਕਿ ਪਛਾਣ ਰਹੇ ਵੀ ਆਹ ਗਹਿਣਾ ਸਰੀਰ ਦੇ ਕਿਹੜੇ ਅੰਗ ਦੇ ਉੱਤੇ ਸਜਾਇਆ ਜਾਏਗਾ, ਪਹਿਨਿਆ ਜਾਏਗਾ। ਬਣਾਵਟ ਵੀ ਤੇ ਨਾਮ ਵੀ, ਹਾਲਾਂਕਿ ਉਹ ਹੈ ਸੋਨੇ ਦੇ। ਜਿਸ ਵੇਲੇ ਉਹਨੂੰ ਵੇਚਣ ਵਾਸਤੇ ਸੁਨਿਆਰ ਕੋਲ ਜਾਂਦਾ ਹੈ ਉਹ ਬੰਦਾ, ਉਹ ਉਸ ਨੂੰ ਪੁੱਛਦਾ ਹੈ ਵੀ ਜਿਹੜਾ ਗਲੇ ਵਿੱਚ ਪਹਿਨਣ ਵਾਲਾ ਸੋਨੇ ਦਾ ਹਾਰ ਹੈ ਇਹ ਕਿੰਨੇ ਦਾ ਖਰੀਦੇਗਾ, ਤੇ ਜਿਹੜਾ ਗੁੱਟ ਤੇ ਪਹਿਨਣ ਵਾਲਾ ਇਹ ਕਿੰਨੇ ਦਾ ਖਰੀਦੇਗਾ। ਉਹ ਕਹਿੰਦਾ ਇਹ ਕੋਈ ਮਤਲਬ ਨਹੀਂ, ਸਭ ਤੋਂ ਪਹਿਲਾਂ ਮੈਂ ਇਹਨੂੰ ਕਸਵੱਟੀ ਉੱਤੇ ਪਰਖਾਂਗਾ, ਫਿਰ ਇਸ ਦਾ ਸੋਨੇ ਦੇ ਹਿਸਾਬ ਨਾਲ ਹੀ ਮੁੱਲ ਤੈਅ ਕਰਾਂਗਾ। ਜਿੰਨਾ ਵਜ਼ਨ ਹੋਇਆ, ਜਿੰਨਾ ਵੇਟ ਹੋਇਆ, ਜਿੰਨਾ ਇਹਦਾ ਤੋਲ ਹੋਇਆ, ਉਹਦੇ ਹਿਸਾਬ ਨਾਲ ਪੈਸੇ ਬਣਾਵਾਂਗਾ। ਹੁਣ ਗਹਿਣੇ ਵੇਚਣ ਗਿਆ ਬੰਦਾ ਸੁਨਿਆਰ ਨੂੰ ਅਗਲਾ ਸਵਾਲ ਕਰਦਾ ਹੈ ਸੋਨੇ ਵਾਲੀ ਦੁਕਾਨ ਤੇ ਜਾ ਕੇ। ਉਹ ਕਹਿੰਦਾ ਹੈ ਕਮਾਲ ਦੀ ਗੱਲ ਹੈ, ਮਨੁੱਖ ਦਾ ਗਲਾ, ਮਨੁੱਖ ਦੀ ਧੌਣ ਮਨੁੱਖ ਦੇ ਗੁੱਟ ਨਾਲੋਂ ਉੱਚੀ ਹੁੰਦੀ ਹੈ। ਤੂੰ ਗਲ ਦੇ ਗਹਿਣੇ ਦਾ ਤੇ ਗੁੱਟ ਤੇ ਪਹਿਨਣ ਵਾਲੇ ਗਹਿਣੇ ਦਾ ਇੱਕੋ ਹੀ ਰੇਟ ਰੱਖਿਆ। ਉਹ ਕਹਿੰਦਾ ਨਹੀਂ, ਇਹ ਗੱਲ ਨਹੀਂ ਹੈ ਵੀ ਗਲੇ ਵਿੱਚ ਪਹਿਨਿਆ ਹੋਇਆ ਗਹਿਣਾ ਜਾਂ ਗੁੱਟ ਤੇ ਪਹਿਨੇ ਹੋਏ ਗਹਿਣੇ ਦਾ ਭਾਵ ਅੰਗਾਂ ਦੇ ਉੱਤੇ ਸਜਾਉਣ ਦੇ ਹਿਸਾਬ ਨਾਲ ਗਹਿਣੇ ਦਾ ਮੈਂ ਰੇਟ ਨਹੀਂ ਤੈਅ ਕਰਦਾ, ਮੈਂ ਉਹਦਾ ਤੋਲ ਵੇਖਣਾ। ਜੇ ਗੁੱਟ ਤੇ ਪਹਿਨੇ ਜਾਣ ਵਾਲੇ ਗਹਿਣੇ ਦਾ ਤੋਲ ਗਲ ਵਿੱਚ ਪਹਿਨੇ ਜਾਣ ਵਾਲੇ ਕੈਂਠੇ ਨਾਲੋਂ ਜ਼ਿਆਦਾ ਹੋਇਆ ਨਾ, ਤੇ ਤੋਲ ਦੇ ਹਿਸਾਬ ਨਾਲ ਉਹ ਮਹਿੰਗਾ ਹੋਏਗਾ। ਭਾਵੇਂ ਉਹਦੀ ਬਣਾਵਟ, ਨਾਮ ਵੱਖਰੇ ਨੇ। ਮੈਂ ਇੱਥੇ ਸੋਨਾ ਖਰੀਦਣ ਵਾਸਤੇ ਬੈਠਾ। ਇੱਕ ਹੋਰ ਉਦਾਹਰਣ ਦੇਣਾ। ਇੱਕ ਮਨੁੱਖ ਦੇ ਘਰ ਵਿੱਚ ਇੱਕ ਛੋਟੀ ਜਿਹੀ ਮੂਰਤੀ, ਇੱਕ ਨੂੰ ਉਹ ਭਗਵਾਨ ਦੀ ਕਹਿੰਦਾ ਸੀ, ਦੂਜੇ ਨੂੰ ਸ਼ੈਤਾਨ ਦੀ ਕਹਿੰਦਾ, ਦੋਵੇਂ ਹੀ ਸੋਨੇ ਦੀ। ਜਦੋਂ ਵੇਚਣ ਵਾਸਤੇ ਗਿਆ ਤਾਂ ਉਹਨੇ ਕਸਵੱਟੀ ਤੇ ਪਰਖਿਆ, ਦੋਨਾਂ ਨੂੰ ਹੀ ਪਰਖਿਆ। ਫਿਰ ਉਹਨੇ ਉਹਨੂੰ ਤਰਾਜੂ 'ਚ ਪਾਇਆ, ਤੱਕੜੀ 'ਚ ਪਾਇਆ
ਵੇਟ ਕੀਤਾ ਤੇ ਤੋਲ ਕੇ ਉਹਨੇ ਕਾਗਜ਼ ਦੇ ਉੱਤੇ ਦੋਵਾਂ ਦਾ ਵੇਟ ਲਿਖ ਕੇ ਤੇ ਜਿੰਨਾ ਮੁੱਲ ਚੱਲ ਰਿਹਾ ਸੀ, ਰੇਟ ਚੱਲ ਰਿਹਾ ਸੀ ਸੋਨੇ ਦਾ, ਅੱਗੇ ਅਮਾਊਂਟ ਲਿਖ ਦਿੱਤਾ, ਥੱਲੇ ਟੋਟਲ ਕੱਢ ਕੇ ਉਹਨੇ ਕਿਹਾ ਜੀ ਇੰਨੇ ਪੈਸੇ ਬਣੇ, ਵੇਚਣੀਆਂ ਨੇ। ਹੁਣ ਜਿਹੜਾ ਵੇਚਣ ਗਿਆ ਸੀ ਨਾ, ਉਹ ਸੁਨਿਆਰ ਨੂੰ ਕਹਿਣ ਲੱਗਿਆ ਹੱਦ ਹੈ, ਇੱਕ ਮੂਰਤੀ ਸ਼ੈਤਾਨ ਦੀ ਇੱਕ ਭਗਵਾਨ ਦੀ ਹੈ। ਪਹਿਲੀ ਤਾਂ ਗੱਲ, ਤੈਨੂੰ ਇੱਕ ਕਸਵੱਟੀ ਤੇ ਪਰਖਣ ਦੀ ਲੋੜ ਨਹੀਂ ਸੀ। ਸ਼ੈਤਾਨ ਸ਼ੈਤਾਨ ਹੁੰਦਾ, ਭਗਵਾਨ ਭਗਵਾਨ ਹੁੰਦਾ। ਦੂਜੀ ਗੱਲ, ਤੂੰ ਦੋਵਾਂ ਦਾ ਮੁੱਲ ਇੱਕੋ ਹੀ ਰੱਖਿਆ। ਸ਼ੈਤਾਨ ਦੀ ਮੂਰਤੀ ਦਾ ਵੀ ਤੂੰ ਇੱਕੋ ਮੁੱਲ ਪਾ ਰਿਹਾ, ਭਗਵਾਨ ਦੀ ਮੂਰਤੀ ਦਾ ਵੀ ਇੱਕੋ ਪਾ ਰਿਹਾ। ਇੱਕ ਨੂੰ ਅਸੀਂ ਧੂਪ ਦਿੰਦੇ ਹਾਂ, ਦੂਜੇ ਨੂੰ ਲਪੇਟ ਕੇ ਰੱਖਿਆ। ਸੁਨਿਆਰ ਦਾ ਜਵਾਬ ਸੀ, ਕਹਿਣ ਲੱਗਾ ਇੱਥੇ ਨਾ ਭਗਵਾਨ ਵਿਕਦਾ ਹੈ ਨਾ ਸ਼ੈਤਾਨ ਵਿਕਦਾ ਹੈ। ਪਹਿਲਾਂ ਤਾਂ ਇਹ ਸਮਝ ਲੈ, ਇੱਥੇ ਵਿਕਦਾ ਸੋਨਾ, ਧਾਤ। ਮੈਂ ਸੋਨੇ ਦਾ ਵਪਾਰ ਕਰਨ ਬੈਠਾ, ਸੋਨਾ ਖਰੀਦਦਾ, ਸੋਨਾ ਹੀ ਵੇਚਦਾ। ਤੂੰ ਇਹਦਾ ਨਾਂ ਭਗਵਾਨ ਰੱਖ ਲੈ, ਸ਼ੈਤਾਨ ਰੱਖ ਲੈ, ਜੋ ਮਰਜ਼ੀ ਰੱਖ ਲੈ, ਇਹ ਤੇਰੀ ਥਿੰਕਿੰਗ ਹੈ, ਤੇਰਾ ਵਿਚਾਰ ਹੈ, ਤੇਰੇ ਮਨ ਦਾ ਭਾਵ ਹੈ। ਮੈਂ ਨਾ ਭਗਵਾਨ ਖਰੀਦਾਂ ਤੇ ਨਾ ਵੇਚਦਾ, ਤੇ ਨਾ ਉਹਨੂੰ ਖਰੀਦਿਆ ਵੇਚਿਆ ਹੀ ਜਾ ਸਕਦਾ ਹੈ। ਮੈਂ ਇੱਥੇ ਧਾਤ ਖਰੀਦਾਂ। ਜੇ ਤੂੰ ਮੂਰਤੀ ਲੋਹੇ ਦੀ ਲਿਆਉਣੋ ਨਾ, ਮੈਂ ਤਾਂ ਵੀ ਨਹੀਂ ਸੀ ਖਰੀਦਣੀ। ਪੱਥਰ ਦੀ ਲਿਆਉਣੋ, ਮੈਂ ਤਾਂ ਵੀ ਨਹੀਂ ਸੀ ਖਰੀਦਣੀ। ਉਹ ਪੱਥਰ ਤੇ ਲੋਹੇ ਦੀਆਂ ਦੁਕਾਨਾਂ ਹੋਰ ਨੇ, ਇਹ ਸੋਨੇ ਦੀ ਦੁਕਾਨ ਹੈ। ਸੋਨਾ ਵੇਚਣਾ, ਸੋਨਾ ਹੀ ਖਰੀਦਣਾ। ਹੁਣ ਰਹੀ ਗੱਲ ਦੂਜੀ, ਕਸਵੱਟੀ ਤੇ ਪਰਖਣ ਦੀ। ਜਦੋਂ ਮੈਂ ਖਰੀਦਣਾ ਤੇ ਵੇਚਣਾ ਸੋਨਾ ਹੈ, ਤੇ ਮੇਰਾ ਫਰਜ਼ ਬਣਦਾ ਮੈਂ ਇਹਨੂੰ ਟਰਕਾ ਕੇ ਵੇਖ ਲਵਾਂ, ਪਰਖ ਲਵਾਂ, ਨਿਰਖ ਲਵਾਂ, ਤਾਂ ਕਿ ਵਪਾਰ ਵਿੱਚ ਘਾਟਾ ਨਾ ਪਏ। ਤੇਰੇ ਵਰਗਾ ਇਨਸਾਨ ਹੋ ਸਕਦਾ ਮੁਲੰਮੇ ਦਾ ਗਹਿਣਾ ਮੈਨੂੰ ਵੇਚਣ ਆ ਜਾਏ, ਜਿਹਦੀ ਚਮਕ, ਜਿਹਦੀ ਦਿੱਖ ਸੋਨੇ ਵਰਗੀ ਹੋਵੇ ਪਰ ਵਿੱਚੋਂ ਖੋਟਾ ਹੋਵੇ, ਤਾਂਬਾ ਹੋਵੇ, ਤੇ ਮੈਂ ਤਾਂਬਾ ਥੋੜ੍ਹੀ ਖਰੀਦ ਲੈਣਾ ਸੋਨੇ ਦੇ ਭਾਅ। ਹੁਣ ਤੀਜੀ ਗੱਲ ਵੀ ਤੈਨੂੰ ਮੈਂ ਆਪਣੇ ਕੋਲੋਂ ਦੱਸਦਾ। ਤੀਜੀ ਗੱਲ ਇਹ ਹੀ ਕਿ ਜੇ ਜਿਹਨੂੰ ਤੂੰ ਸ਼ੈਤਾਨ ਕਹਿੰਦਾ, ਜੇ ਇਹ ਮੂਰਤੀ ਭਾਰੀ ਹੁੰਦੀ ਨਾ, ਤੇ ਮੈਂ ਤੇਰੇ ਤਥਾ ਕਥਿਤ ਭਗਵਾਨ ਦੀ ਮੂਰਤੀ ਨਾਲੋਂ ਇਹਦਾ ਰੇਟ ਵੱਧ ਲਾਉਣਾ ਸੀ। ਜੇ ਇਹ 1 ਤੋਲਾ 2 ਮਾਸੇ 1 ਰੱਤੀ ਵੱਧ ਵੀ ਹੁੰਦੀ ਨਾ, ਇਹਦਾ ਮੁੱਲ ਜ਼ਿਆਦਾ ਲੱਗਣਾ ਸੀ। ਪਤਾ ਕਿਉਂ? ਕਿਉਂਕਿ ਮੈਂ ਇੱਥੇ ਧਾਤ ਖਰੀਦਾਂ, ਸੋਨਾ ਖਰੀਦਾਂ। ਇਸ ਸੋਨੇ ਨੂੰ ਮੈਂ ਕੁਠਾਲੀ 'ਚ ਪਾ ਲੈਣਾ, ਤੇਰੇ ਭਗਵਾਨ ਦੀ ਮੂਰਤੀ ਨੂੰ ਵੀ ਤੇ ਸ਼ੈਤਾਨ ਦੀ ਮੂਰਤੀ ਨੂੰ, ਤੇ ਦੋਵੇਂ ਗਾਲ ਦੇਣੀਆਂ। ਫਿਰ ਇਹਦੇ 'ਚ ਪਾਉਣਾ ਸੁਹਾਗਾ, ਤਾਂ ਕਿ ਇਹਦੇ 'ਚ ਜਿਹੜਾ ਖੋਟ ਹੈ ਉਹ ਝੜ ਜਾਏ। ਫਿਰ ਮੈਂ ਵੇਖਣਾ ਵੀ ਜੇ ਡਿਮਾਂਡ ਗਹਿਣੇ ਦੀ ਹੈ ਤੇ ਇਹਦੇ ਗਹਿਣੇ ਬਣਾ ਦੇਣੇ, ਜੇ ਡਿਮਾਂਡ ਮੂਰਤੀ ਦੀ ਹੈ ਤੇ ਨਵੀਂ ਮੂਰਤੀ ਨਵੀਂ ਦਿੱਖ 'ਚ ਘੜ ਦੇਣੀ ਹੈ। ਜੇ ਕੋਈ ਹੋਰ ਚੀਜ਼ ਕਿਸੇ ਨੂੰ ਚਾਹੀਦੀ ਹੋਈ ਤੇ ਉਹ ਬਣਾ ਕੇ ਵੇਚ ਦੇਣੀ। ਮੇਰਾ ਕਰਮ ਹੈ, ਇਹ ਤਾਂ ਤੇਰੇ ਦਿਮਾਗ ਦੀ ਉਪਜ ਹੈ ਜੋ ਤੂੰ ਸੋਚਦਾ। ਇੱਥੇ ਮੇਰੇ ਕੋਲ ਕਸਵੱਟੀ ਹੈ ਧਾਤ ਨੂੰ ਪਰਖਣ ਲਈ, ਤੇ ਤੋਲ ਹੈ ਤੇ ਉਹਦਾ ਰੇਟ ਹੈ, ਬਸ। ਤੇ ਤੈਨੂੰ ਭੁਲੇਖਾ ਹੈ ਜਦੋਂ ਇਹ ਸੋਨਾ ਗਲ ਜਾਂਦਾ ਨਾ, ਇਹਦਾ ਜੋ ਮਰਜ਼ੀ ਬਣਾ ਲਓ। ਉਹ ਨਾਂ ਵੱਖਰੇ ਵੱਖਰੇ ਹੁੰਦੇ ਨੇ। ਜਿਵੇਂ ਤੂੰ ਇੱਕ ਹੀ ਧਾਤ ਦੀਆਂ 2 ਚੀਜ਼ਾਂ ਦਾ ਨਾਂ ਭਗਵਾਨ ਰੱਖ ਲਿਆ ਤੇ ਸ਼ੈਤਾਨ ਰੱਖ ਲਿਆ। ਮੈਂ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾਉਣਾ, ਮੈਂ ਉਹਨਾਂ ਦਾ ਨਾਮ ਰੱਖਦਾ। ਗਲ 'ਚ ਪਹਿਨਣ ਵਾਲਾ ਗਹਿਣਾ, ਇਹਦਾ ਨਾਂ ਹੋਰ ਹੈ, ਕੰਨਾਂ 'ਚ ਪਹਿਨਣ ਵਾਲੇ ਦਾ ਹੋਰ ਹੈ, ਗੁੱਟ ਤੇ ਪਹਿਨਣ ਵਾਲੇ ਦਾ ਹੋਰ ਹੈ, ਉਂਗਲਾਂ 'ਚ ਪਹਿਨਣ ਵਾਲੇ ਦਾ ਹੋਰ ਹੈ। ਧਾਤ ਇੱਕ ਹੀ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ, ਕਨਕ ਕਟਕ, ਕਨਕ ਸੋਨੇ ਦਾ ਨਾਮ, ਕਟਕ ਕੜਿਆਂ ਨੂੰ ਕਹਿੰਦੇ ਨੇ। ਕਹਿੰਦੇ ਨੇ ਸੋਨੇ ਦੇ ਜਿਵੇਂ ਕੜੇ ਬਣ ਜਾਂਦੇ ਨੇ, ਜਾਨੀ ਉਹਨੂੰ ਵੱਖਰੀ ਸ਼ੇਪ ਸ਼ਕਲ ਮਿਲ ਜਾਂਦੀ ਹੈ, ਤੇ ਫਿਰ ਉਹਦੇ ਹਿਸਾਬ ਨਾਲ ਉਹਦਾ ਨਾਮ ਰੱਖ ਲੈਂਦੇ ਆਪਾਂ। ਧਾਤ ਇੱਕੋ ਹੀ ਹੈ, ਮੂਲ ਇੱਕੋ ਹੀ ਹੈ, ਪਰ ਉਸ ਮੂਲ ਦਾ ਨਾਮ ਵੱਖਰਾ ਵੱਖਰਾ ਤੇ ਘਾੜਤਾਂ ਵੱਖਰੀਆਂ ਵੱਖਰੀਆਂ ਨੇ। ਏਕਲ ਮਾਟੀ ਕੁੰਜਰ ਚੀਂਟੀ, ਭਾਂਜਨ ਹੈ ਬਹੁ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਮਹਾਰਾਜ ਕਹਿੰਦੇ ਨੇ ਭਾਂਡਿਆਂ ਦਾ ਆਕਾਰ ਵੱਖਰਾ ਹੈ, ਭਾਂਡਿਆਂ ਦਾ ਨਾਮ ਵੱਖਰਾ ਹੈ। ਮਿੱਟੀ ਦੇ ਭਾਂਡੇ ਲੋਕ ਵਰਤਦੇ ਸਨ ਘਰਾਂ 'ਚ, ਤੇ ਭਾਂਡੇ ਦੇ ਸਾਈਜ਼ ਤੇ ਉਹਦੀ ਵਰਤੋਂ ਦੇ ਹਿਸਾਬ ਨਾਲ ਉਹਦੇ ਨਾਮ ਵੱਖਰੇ ਵੱਖਰੇ ਰੱਖੇ ਗਏ। ਬਣਾਉਣ ਵਾਲਾ ਇੱਕੋ ਹੀ, ਉਹਨੂੰ ਘੁਮਿਆਰ ਜਿਹੜਾ ਮਿੱਟੀ ਦੇ ਭਾਂਡੇ ਸੱਜਣ ਜਿਹੜਾ ਬਣਾਉਂਦਾ ਹੈ, ਉਹ ਇੱਕੇ ਥਾਂ ਮਿੱਟੀ ਲਿਆਉਂਦਾ ਹੈ,
ਇਕੱਠੀ ਗੁੰਨਦਾ ਹੈ, ਚੱਕ ਤੇ ਚਾੜ ਕੇ ਉਹਨਾਂ ਦੀ ਸ਼ੇਪ ਵੱਖਰੀ ਵੱਖਰੀ ਬਣਾ ਦਿੰਦਾ, ਘੜਦਾ ਹੈ, ਫਿਰ ਉੱਤੇ ਚਿੱਤਰਕਾਰੀ ਕਰਦਾ ਹੈ। ਕੋਈ ਨਿੱਕਾ ਜਿਹਾ ਭਾਂਡਾ ਬਣਾਇਆ, ਕੌਲੀਆਂ ਬਣਾਈਆਂ, ਥਾਲੀਆਂ ਵੀ ਮਿੱਟੀ ਦੀਆਂ ਬਣਾਈਆਂ, ਤਵੇ ਵੀ ਬਣਾਏ ਮਿੱਟੀ ਦੇ। ਕਿਸੇ ਨੂੰ ਉਹਨੇ ਝੱਜਰ ਕਿਹਾ, ਕਿਸੇ ਨੂੰ ਸੁਰਾਹੀ ਕਿਹਾ, ਗਲਾਸ ਮਿੱਟੀ ਦੇ ਬਣਾ ਦਿੱਤੇ, ਜੱਗ ਮਿੱਟੀ ਦਾ ਬਣਾ ਦਿੱਤਾ, ਕੌਲ ਮਿੱਟੀ ਦਾ ਬਣਾ ਦਿੱਤਾ, ਮੱਟ ਬਣਾਏ, ਘੜੇ ਬਣਾਏ, ਕਿੰਨੀਆਂ ਚੀਜ਼ਾਂ ਸਨ। ਜਿਹਨੂੰ ਜਿਹੜੀ ਚੀਜ਼ ਦੀ ਲੋੜ ਸੀ ਉਹ ਖਰੀਦ ਕੇ ਲੈ ਗਿਆ। ਮਿੱਟੀ ਇੱਕ ਹੈ, ਘੜਨ ਵਾਲਾ ਵੀ ਇੱਕ ਹੈ, ਪਰ ਉਹਨਾਂ ਦੀ ਘਾੜਤ, ਸ਼ਕਲ, ਸ਼ੇਪ ਤੇ ਨਾਮ ਵੱਖਰੇ ਵੱਖਰੇ ਹੋ ਗਏ। ਮਹਾਰਾਜ ਇਸ ਨੂੰ ਬਾਣੀ ਵਿੱਚ ਕਹਿੰਦੇ ਨੇ, ਬਹੁ ਬਿਧ ਭਾਂਡੇ ਘੜੇ ਕੁਮਾਰਾ। ਪਰਮੇਸ਼ਰ ਵਾਹਿਗੁਰੂ ਨੇ ਇੱਕ ਹੀ ਮਿੱਟੀ ਨਾਲ, ਭਾਵ ਇੱਕ ਹੀ ਧਾਤੂ ਨਾਲ, ਉਹਨਾਂ ਹੀ ਤੱਤਾਂ ਦੇ ਨਾਲ ਬਹੁ ਬਿਧ ਕਈ ਕਿਸਮ ਦੇ ਜੀਵ ਬਣਾਏ ਨੇ, ਅਨੇਕ ਪ੍ਰਕਾਰ ਦੀ ਰਚਨਾ ਕਰੀ ਹੈ। ਹੁਣ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦੀ ਹਸਤੀ ਦੀ ਗੱਲ ਕਰਦੇ ਨੇ, ਜ਼ਰੂਰ ਕਹਿੰਦੇ ਨੇ ਅਸੀਂ ਇਸ ਭਰਮ ਦਾ ਸ਼ਿਕਾਰ ਰਹਿੰਦੇ ਹਾਂ ਕਿਉਂਕਿ ਅਸੀਂ ਮੂਲ ਧਾਤੂ ਦੀ ਸੋਝੀ ਨਹੀਂ ਰੱਖਦੇ। ਅਗਿਆਨ ਵਸ ਅਸੀਂ ਕੇਵਲ ਤੇ ਕੇਵਲ ਘਾੜਤਾਂ ਦੇ ਵੱਖਰੇ ਵੱਖਰੇ ਰੂਪ ਵੇਖ ਕੇ ਭਰਮ ਜਾਂਦੇ ਹਾਂ। ਅਸੀਂ ਆਪਣੇ ਮੂਲ ਨੂੰ ਨਹੀਂ ਪਛਾਣਦੇ। ਯਥਾ ਬਾਣੀ ਵਿੱਚ ਮਹਾਰਾਜ ਨੇ ਜਦੋਂ ਇਹ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੁਣ ਇੱਕ ਨੁਕਤਾ ਹੋਰ ਹੈ, ਪਰਮੇਸ਼ਰ ਨੂੰ ਮਹਾਰਾਜ ਨੇ ਕਿਹਾ ਵੀ ਤੇਰੇ ਅੰਦਰ ਹੀ ਹੈ, ਤੇਰੇ ਹਿਰਦੇ 'ਚ ਹੀ ਹੈ। ਉਹ ਤਾਂ ਹੀ ਕਿਹਾ ਕਿਉਂਕਿ ਅਸੀਂ ਉਹਦਾ ਅੰਸ਼ ਹਾਂ। ਕਹੋ ਕਬੀਰ ਹਮ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ। ਉਹਨੂੰ ਵੱਖਰਾ ਨਹੀਂ ਦੱਸਿਆ, ਅਲੱਗ ਨਹੀਂ ਦੱਸਿਆ, ਦੂਰ ਨਹੀਂ ਦੱਸਿਆ, ਉਹਨੂੰ ਅੰਦਰ ਹੀ ਦੱਸਿਆ। ਇਹ ਵੀ ਕਿਹਾ ਤੂੰ ਉਹਦਾ ਰੂਪ ਹੈ, ਤੂੰ ਉਹਦਾ ਅੰਸ਼ ਹੈ, ਤੂੰ ਉਹਦਾ ਹਿੱਸਾ ਹੈ। ਜਿਵੇਂ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਪਾਣੀ ਹੀ ਮੰਨੀ ਜਾਂਦੀ ਹੈ, ਤੇ ਜਦੋਂ ਉਸ ਪਾਣੀ ਦੀ ਬੂੰਦ ਨੂੰ ਸਮੁੰਦਰ 'ਚ ਸੁੱਟ ਦਿੱਤਾ ਜਾਏ, ਨਦੀ 'ਚ ਸੁੱਟ ਦਿੱਤਾ ਜਾਏ, ਸਰੋਵਰ 'ਚ ਸੁੱਟ ਦਿੱਤਾ ਜਾਏ, ਉਹ ਵੱਡੇ ਪਾਣੀ ਦਾ ਹਿੱਸਾ ਬਣ ਜਾਂਦਾ। ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ, ਕਨਕ ਕਟਕ ਜਲ ਤਰੰਗ ਜੈਸੇ, ਜਿਵੇਂ ਪਾਣੀ ਤੇ ਪਾਣੀ ਤੋਂ ਉੱਠਦੀਆਂ ਲਹਿਰਾਂ ਨੇ। ਬਸ ਇਹ ਭੇਦ, ਦਿੱਖ ਦਾ ਭੇਦ, ਬਣਾਵਟ ਦਾ ਭੇਦ। ਮੂਲ ਰੂਪ ਵਿੱਚ ਅਸੀਂ ਤੇਰੇ ਤੋਂ ਵੱਖ ਨਹੀਂ ਹਾਂ, ਤੂੰ ਸਾਡੇ ਤੋਂ ਦੂਰ ਨਹੀਂ ਹੈ। ਇਸ ਭੇਦ ਨੂੰ, ਇਸ ਫਰਕ ਨੂੰ ਦਰਸਾਉਂਦਾ ਹੋਇਆ ਜਿਹੜਾ ਅਗਿਆਨ ਹੈ, ਭਰਮ ਹੈ, ਹਉ ਹੈ, ਉਸ ਨੂੰ ਖਤਮ ਕਰਨਾ ਹੀ ਬੰਦਗੀ ਹੈ। ਚੇਤੇ 'ਚ ਰੱਖੀਏ, ਬੰਦਗੀ ਦਾ ਮਕਸਦ ਕੀ ਹੈ? ਇਸ ਪਰਦੇ ਨੂੰ ਸੁੱਟ ਲੈਣਾ, ਇਸ ਦੀਵਾਰ ਨੂੰ ਢਾਹ ਦੇਣਾ, ਇਸ ਅਗਿਆਨ ਤੋਂ ਪਾਰ ਹੋ ਜਾਣਾ। ਜਿੱਥੇ ਮਨੁੱਖ ਨੂੰ ਸਵੈ ਸਰੂਪ ਦੀ ਸੋਝੀ ਹੁੰਦੀ ਹੈ, ਜਿੱਥੇ ਇੱਕ ਕਤਰਾ ਉਸ ਸਮੁੰਦਰ ਦਾ ਰੂਪ ਹੁੰਦਾ ਹੈ, ਬਸ ਇਹ ਸਫ਼ਰ ਨੂੰ ਹੀ ਬੰਦਗੀ ਤੇ ਇਬਾਦਤ ਕਿਹਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰਕੇ ਸਫ਼ਰ ਸਾਡਾ ਸੁਖੈਨ ਬਣਾਉਂਦੇ ਨੇ ਤੇ ਸਾਨੂੰ ਇਸ ਸਫ਼ਰ ਦੀ ਜਾਚ ਜੁਗਤੀ ਦੱਸਦੇ ਨੇ। ਤੁਰਹਾਉ ਦਾ ਬੰਦ ਹੈ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦਾ, ਬੌਰ ਹਮ ਕਾਹੇ ਆਵੇ। ਬੌਰ ਦਾ ਮਤਲਬ ਹੁਣ ਫੇਰ ਮੁੜ ਮੁੜ ਕੇ ਅਸੀਂ ਮਾਇਆ ਗਰਭ ਵਿੱਚ ਨਹੀਂ ਪੈਂਦੇ, ਭਟਕਣਾ ਵਿੱਚ ਨਹੀਂ ਪੈਂਦੇ, ਉਲਝਣਾ ਵਿੱਚ ਨਹੀਂ ਫਸਦੇ। ਇਹ ਮੁੱਕ ਗਈਆਂ ਨੇ ਉਲਝਣਾ, ਭਟਕਣਾ ਮੁੱਕ ਗਈ ਹੈ, ਗੇੜ ਮੁੱਕ ਗਿਆ ਹੈ ਆਤਮਕ ਜੰਮਣ ਮਰਨ ਦਾ। ਆਵਨ ਜਾਣਾ ਹੁਕਮ ਤਿਸੈ ਕਾ, ਕਿਉਂਕਿ ਭਟਕਣਾ ਵੀ ਉਹਦੀ ਰਜ਼ਾ 'ਚ ਹੈ, ਉਹਦੀ ਹੁਕਮ 'ਚ। ਜਿਹਨੇ ਨਹੀਂ ਬੁੱਝਿਆ ਸੱਚ ਨੂੰ ਉਹ ਭਟਕਦਾ ਰਹਿੰਦਾ, ਜਿਹਨੇ ਬੁੱਝਿਆ ਉਹਦੀ ਭਟਕਣਾ ਮੁੱਕ ਜਾਂਦੀ। ਆਵਾਗਮਨ ਦਾ ਗੇੜ ਉਹਦਾ ਮੁੱਕ ਜਾਂਦਾ ਹੈ। ਹੁਕਮ ਦਾ ਅਰਥ ਹੁੰਦਾ ਰੂਲ ਹੈ, ਨਿਯਮ ਹੈ। ਹੁਕਮੈ ਬੁੱਝ ਸਮਾਵੇਂਗੇ। ਹੁਣ ਅਸੀਂ ਉਸ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਿਆ, ਇਸ ਕਰਕੇ ਅਸੀਂ ਅਗਿਆਨ ਤੋਂ ਮੁਕਤ ਹੋ ਗਏ, ਭਰਮ ਤੋਂ ਮੁਕਤ ਹੋ ਗਏ, ਹਉ ਤੋਂ ਮੁਕਤ ਹੋ ਗਏ। ਉਹ ਕੰਧ ਢਹਿ ਗਈ ਹੈ ਜਿਹੜੀ ਸਾਡੇ ਤੇ ਪਰਮੇਸ਼ਰ ਦੇ ਦਰਮਿਆਨ ਖੜੀ ਸੀ। ਮਹਾਰਾਜ ਕਹਿੰਦੇ ਨੇ, ਜਦੋਂ ਭਰਮ ਦਾ ਪਰਦਾ, ਭਰਮ ਕੇ ਪਰਦੇ ਸਤਿਗੁਰ ਖੋਲੇ, ਜਦੋਂ ਪਰਦੇ ਦੂਰ ਹੋ ਗਏ ਹਨ, ਅਸੀਂ ਬੁੱਝ ਲਿਆ ਸੱਚ ਨੂੰ, ਵਾਹਿਗੁਰੂ ਦੇ ਨਿਯਮ ਹੁਕਮ ਨੂੰ ਸਮਝ ਲਿਆ। ਹੁਣ ਉਹਦੀ ਰਜ਼ਾ 'ਚ ਰਾਜੀ ਹੋ ਗਏ ਹਾਂ। ਉਹਦੇ ਹੁਕਮ ਨੂੰ ਬੁੱਝ ਕੇ ਹੀ ਹੁਕਮੈ ਬੁੱਝ ਸਮਾਵੇਂਗੇ, ਉਸ ਪਰਮੇਸ਼ਰ ਵਾਹਿਗੁਰੂ ਵਿੱਚ ਲੀਨ ਹੋ ਗਏ, ਇੱਕ ਸੁਰ ਹੋ ਗਏ।
ਤੋ ਆਰੰਭ ਦੇ ਵਾਕ ਵਿੱਚ ਫਰਮਾਉਂਦੇ ਨੇ, ਉਦਕ ਸਮੁੰਦ ਸਲਲ ਕੀ ਸਾਖਿਆ। ਸਾਖਿਆ ਦਾ ਮਤਲਬ ਹੁੰਦਾ ਹੈ ਜੈਸਾ ਸ਼ਾਕ ਹੈ, ਜੈਸਾ ਇਹ ਉਦਾਹਰਨ ਹੈ। ਉਦਕ ਪਾਣੀ ਨੂੰ ਕਹਿੰਦੇ ਨੇ, ਸਮੁੰਦ ਸਮੁੰਦਰ ਨੂੰ ਕਹਿੰਦੇ ਨੇ, ਉਦਕ ਸਮੁੰਦ, ਤੇ ਸਲਲ ਵੀ ਪਾਣੀ ਨੂੰ ਕਹਿੰਦੇ ਨੇ। ਬਾਣੀ ਦੇ ਵਿੱਚ ਤੋਆ ਸ਼ਬਦ, ਤੋਆ ਜਲ, ਪਾਣੀ ਜਾਂ ਪਾਣੀ, ਸਲਲ, ਉਦਕ, ਬੜੇ ਨਾਮ ਬਾਣੀ ਦੇ ਵਿੱਚ ਵਰਤੇ ਗਏ ਨੇ। ਜਲ ਸ਼ਬਦ ਹਿੰਦੀ ਦਾ ਹੈ, ਪਾਣੀ ਸ਼ਬਦ ਆਪਣਾ ਪੰਜਾਬੀ 'ਚ ਆਮ ਵਰਤਿਆ ਜਾਂਦਾ ਹੈ। ਬਾਣੀ 'ਚ ਸਾਰੇ ਹੀ ਨਾਂ ਆਏ ਨੇ, ਜਲ ਵੀ ਆਇਆ ਹੈ, ਪਾਣੀ ਵੀ ਆਇਆ ਹੈ। ਹੁਣ ਕੋਈ ਲੰਗਰ 'ਚ ਕਹਿ ਦੇ ਪਾਣੀ ਪਿਆਇਓ ਭਾਈ ਸਾਹਿਬ, ਦੂਜਾ ਗਲ ਪੈ, ਜਲ ਨਹੀਂ ਆਖਿਆ ਜਾਂਦਾ। ਗੱਲ ਕੱਖ ਵੀ ਨਹੀਂ ਜੇ ਸੋਚੋ ਤੇ। ਇੱਕ ਬੋਲਾ ਹੈ ਜਿਹੜਾ ਪ੍ਰਚਲਿਤ, ਪਾਣੀ ਵੀ ਉਹ ਹੈ, ਜਲ ਵੀ ਉਹ ਹੈ, ਸਲਲ ਵੀ ਉਹ ਹੈ, ਉਦਕ ਵੀ ਉਹ ਹੈ, ਤੋਆ ਵੀ ਉਹ ਹੈ। ਸਾਰੇ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ। ਇਹੋ ਪੰਕਤੀ 'ਚ ਵੇਖੋ, ਦੋ ਵੱਖਰੇ ਵੱਖਰੇ ਸ਼ਬਦ ਮਹਾਰਾਜ ਨੇ ਵਰਤੇ, ਉਦਕ ਸਮੁੰਦ, ਸਮੁੰਦਰ ਦਾ ਪਾਣੀ, ਸਲਲ, ਸਲਲ ਕਹਿੰਦੇ ਨੇ ਵੱਖਰੇ ਪਾਣੀ ਨੂੰ। ਇੱਕ ਪਾਣੀ ਹੈ ਸਮੁੰਦਰ ਦਾ, ਇੱਕ ਪਾਣੀ ਹੈ ਜਿਹੜਾ ਸਮੁੰਦਰ ਤੋਂ ਵੱਖਰਾ ਚੱਲ ਰਿਹਾ, ਥੈਨ ਦੋਵੇਂ ਪਾਣੀ। ਜੇ ਉਹ ਵੱਖਰਾ ਚੱਲਦਾ ਪਾਣੀ ਸਮੁੰਦਰ ਦੇ ਪਾਣੀ 'ਚ ਰਲ ਜਾਏ ਤਾਂ ਉਹ ਸਮੁੰਦਰ ਦਾ ਰੂਪ ਹੋ ਜਾਏ। ਉਦਕ ਸਮੁੰਦ ਸਲਲ ਕੀ ਸਾਖਿਆ। ਨਦੀ ਤਰੰਗ ਸਮਾਵਾਂਗੇ, ਜਿਵੇਂ ਨਦੀ ਦਾ ਵਹਿਣ ਵਗਦਾ ਹੈ, ਹਵਾ ਦੇ ਵੇਗ ਨਾਲ ਉੱਚੀਆਂ ਲਹਿਰਾਂ ਉੱਠਦੀਆਂ ਨੇ, ਫਿਰ ਉਸੇ ਪਾਣੀ 'ਚ ਨਦੀ 'ਚ ਸਮਾ ਜਾਂਦੀਆਂ ਨੇ। ਭਗਤ ਜੀ ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਹੈ ਭਾਈ, ਅਸੀਂ ਉਹ ਕਤਰੇ ਹਾਂ ਜਿਨ੍ਹਾਂ ਨੂੰ ਇਹ ਭੁਲੇਖਾ ਹੈ ਵੀ ਅਸੀਂ ਕੋਈ ਚੀਜ਼ ਹਾਂ। ਜਿਵੇਂ ਉਹ ਵੱਖਰਾ ਪਾਣੀ ਸਮੁੰਦਰ 'ਚ ਰਲ ਕੇ ਸਮੁੰਦਰ ਹੋ ਜਾਂਦਾ, ਨਦੀ ਤੋਂ ਉੱਠਦੀਆਂ ਹੋਈਆਂ ਲਹਿਰਾਂ ਵਾਪਸ ਨਦੀ ਦੇ ਪਾਣੀ ਵਿੱਚ ਹੀ ਸਮਾ ਜਾਂਦੀਆਂ ਜਿੱਥੋਂ ਉਪਜੀਆਂ ਸਨ। ਇਸੇ ਤਰ੍ਹਾਂ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਵਿਸ਼ਾਲ, ਉਸ ਪਰਮੇਸ਼ਰ ਦੇ ਵਿਸ਼ਾਲ ਵਿਰਾਟ ਸਰੂਪ ਵਿੱਚ ਇੱਕ ਸੁਰ ਹੋ ਗਏ। ਯਾਨੀ ਸਾਡੇ ਭਰਮ ਮਿਟ ਗਏ, ਸਾਡੇ ਭੁਲੇਖੇ ਦੂਰ ਹੋ ਗਏ, ਸਾਡਾ ਗਿਆਨ ਮਿਟ ਗਿਆ। ਹੁਣ ਸਾਡੇ ਝਾਉ ਨਹੀਂ ਰਹੀ ਵੀ ਅਸੀਂ ਕੁਝ ਹਾਂ। ਤੋ ਅਗਲਾ ਬਚਨ ਕਿਹਾ ਹੈ, ਸੁਨੈ ਸੁਨ ਮਿਲਿਆ ਸਮਦਰਸ਼ੀ, ਪਵਨ ਰੂਪ ਹੋਏ ਜਾਵੇਂਗੇ। ਸੁਨੈ, ਸੁਨੈ ਦਾ ਮਤਲਬ ਇਹ ਪਰਮੇਸ਼ਰ ਲਈ ਸ਼ਬਦ ਵਰਤੇ, ਅਫੁਰ, ਜਿਸ ਵਿੱਚ ਕੋਈ ਮਾਇਆ ਦਾ ਪ੍ਰਭਾਵ ਨਹੀਂ ਹੈ, ਜਿਸ ਉੱਤੇ ਕਿਤੇ ਕਿਸੇ ਵੀ ਸਥਿਤੀ ਦਾ, ਇਨਵਾਇਰਮੈਂਟ ਦਾ, ਕਿਸੇ ਵੀ ਚੀਜ਼ ਦਾ ਕੋਈ ਰਤਾ ਭਰ ਵੀ ਇਫੈਕਟ ਨਹੀਂ ਹੈ, ਉਹ ਸੁਨ ਹੈ। ਸੁਨ ਮਿਲਿਆ ਸਮਦਰਸ਼ੀ। ਸਾਡਾ ਮਨ ਵੀ ਹੁਣ ਉਸ ਪਰਮੇਸ਼ਰ ਨਾਲ ਇਕਸੁਰ ਹੋ ਕੇ ਅਫੁਰ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ। ਹੁਣ ਸਾਡੇ ਅੰਦਰ ਵੀ ਭੈੜੇ ਫੁਰਨੇ ਨਹੀਂ ਉੱਠਦੇ। ਸੁਨੈ ਸੁਨ ਮਿਲਿਆ, ਸਾਡਾ ਮਨ ਵੀ ਅਫੁਰ ਹੋ ਕੇ ਉਸ ਸੱਚੇ ਪਾਕ ਪਵਿੱਤਰ ਪਰਮੇਸ਼ਰ ਵਿੱਚ ਇਕਸੁਰ ਹੋ ਗਿਆ। ਸਮਦਰਸ਼ੀ, ਸਮਦਰਸ਼ ਦਾ ਮਤਲਬ ਹੁੰਦਾ ਸਭਨਾਂ ਨੂੰ ਸਮਾਨ ਜਾਣ। ਹੁਣ ਅਸੀਂ ਸਾਰਿਆਂ ਨੂੰ ਸਮਾਨ ਜਾਣਦੇ। ਪਵਨ ਰੂਪ ਹੋਏ ਜਾਵਾਂਗੇ, ਜਿਵੇਂ ਹਵਾ, ਚਾਰ ਚੁਫੇਰੇ, ਹਵਾ ਦਾ ਕੋਈ ਭੇਦ ਨਹੀਂ ਹੁੰਦਾ, ਹਵਾ ਹਵਾ 'ਚ ਇੱਕ ਸੁਰ ਹੀ ਹੁੰਦੀ। ਇਸੇ ਤਰ੍ਹਾਂ ਅਸੀਂ ਉਸ ਪਰਮੇਸ਼ਰ ਦੀ ਸੱਤਾ ਵਿੱਚ ਇੱਕ ਸੁਰ ਹਾਂ। ਫਿਰ ਅਗਲੇਰੇ ਬੰਦ ਵਿੱਚ ਫਰਮਾਇਆ, ਜਬ ਚੂਕੈ ਪੰਚ ਧਾਤ ਕੀ ਰਚਨਾ। ਸਰੀਰ ਨੂੰ ਪੰਜਾਂ ਤੱਤਾਂ ਦਾ ਕਿਹਾ ਜਾਂਦਾ ਹੈ, ਅਪ, ਤੇਜ, ਵਾਯ, ਪ੍ਰਿਥਵੀ, ਆਕਾਸ਼ਾ। ਐਸੀ ਰਹਿਤ ਰਹੋ ਹਰ ਪਾਸਾ। ਅਪ, ਤੇਜ, ਵਾਯ, ਪ੍ਰਿਥਵੀ, ਆਕਾਸ਼ਾ। ਹਵਾ, ਪਾਣੀ, ਅੱਗ, ਧਰਤੀ, ਆਕਾਸ਼। ਆਕਾਸ਼ ਦਾ ਅਰਥ ਹੈ ਸਪੇਸ। ਪੰਜ ਤੱਤ ਨੇ ਜਿਨ੍ਹਾਂ ਦੀ ਦੇਹੀ ਬਣੀ। ਕੁਝ ਵਿਚਾਰਵਾਨਾਂ ਨੇ, ਸ਼ਾਸਤਰਾਂ ਨੇ 6 ਤੱਤ ਵੀ ਮੰਨੇ। ਗੁਰਬਾਣੀ 'ਚ ਇੱਕ ਸ਼ਬਦ ਹੈ ਭਗਤ ਕਬੀਰ ਸਾਹਿਬ ਦਾ, ਉਹਦੇ 'ਚ ਉਹਨਾਂ ਨੇ 6 ਤੱਤਾਂ ਦਾ, ਮਨ ਨੂੰ 6ਵਾਂ ਤੱਤ ਮੰਨਿਆ। ਮਨ ਫੁਰਨਾ 6ਵਾਂ ਤੱਤ ਹੈ। ਬਾਕੀ ਜਿਹੜਾ ਸਰੀਰ, ਬੋਡੀ ਜਿਹੜੀ, ਉਹ ਪੰਜਾਂ ਤੱਤਾਂ ਦੀ ਰਚਨਾ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਸੋ ਇੱਥੇ ਫਰਮਾਇਆ ਜਬ ਚੂਕੈ। ਚੂਕੈ ਦਾ ਮਤਲਬ ਹੈ ਮੁੱਕ ਜਾਂਦੀ ਹੈ। ਜਿਹੜੀ ਚੁੱਕਣ ਦਾ ਮਤਲਬ ਚੀਜ਼ ਕੋਈ ਸਪੇਸ ਲੈ ਕੇ ਬੈਠੀ, ਜਗ੍ਹਾ ਘੇਰ ਕੇ ਬੈਠੀ, ਉਹਨੂੰ ਉੱਥੋਂ ਪਾਸੇ ਕਰ ਦੇਣਾ, ਜਗ੍ਹਾ ਖਾਲੀ ਕਰ ਲੈਣਾ, ਉਹਨੂੰ ਕਹਿ ਦਿੰਦੇ ਆਪਾਂ ਚੁੱਕ ਦਿੱਤੀ ਗਈ ਹੈ।
चुकी गई है चीज, जगह खाली हो गई। ਕਿਹੜੀ ਚੀਜ਼ ਹੈ ਜਿਹਨੇ ਜਗ੍ਹਾ ਘੇਰੀ ਹੋਈ ਸੀ ਸੁਰਤ 'ਚ, ਜੀਵਨ ਵਿੱਚ? ਉਹ ਹੈ ਮੋਹ, ਜਿਹਨੂੰ ਅਰਥਕਾਰਾਂ ਲਿਖਿਆ ਦੇਹ ਅਧਿਆਸ ਮੋਹ। ਸਾਡੇ ਪੰਜੇ ਸਰੀਰ ਦੇ ਗਿਆਨ ਇੰਦਰੇ ਮਨ ਦੇ ਫੁਰਨਿਆਂ ਮੁਤਾਬਕ ਵਾਸ਼ਨਾਵਾਂ ਵੱਲ ਰੁਚਿਤ ਹੁੰਦੇ ਨੇ। ਉਸ ਸਰੀਰ ਦੇ ਮੋਹ ਦਾ ਪਾਲਣ ਕਰਦੇ ਹਾਂ। ਸਰੀਰ ਨਾਲ ਸਾਡਾ ਮੋਹ ਹੈ। ਇੰਦਰੇ ਜੋ ਭੋਗਣਾ ਚਾਹੁੰਦੇ ਨੇ ਅਸੀਂ ਇਹਦੀ ਅੱਗ ਵਿੱਚ ਬਾਲਣ ਢਾਉਂਦੇ ਹਾਂ, 24 ਘੰਟੇ ਬਾਲਣ ਇਕੱਠਾ ਕਰਦੇ ਹਾਂ। ਇਸ ਚੁੱਲ੍ਹੇ ਵਿੱਚ ਅਸੀਂ ਬਾਲਣ ਬਾਲਦੇ ਰਹਿੰਦੇ ਹਾਂ। ਸਾਡੀ ਡਿਊਟੀ ਬਾਲਣ ਲਿਆਉਣ ਦੀ, ਇਕੱਠਾ ਕਰਦੇ ਹਾਂ। ਮੰਦਾ ਹੈ, ਚੰਗਾ ਹੈ, ਬੁਰਾ ਹੈ, ਨੁਕਸਾਨਦਾਇਕ ਹੈ, ਘਟੀਆ ਹੈ, ਜੋ ਮਰਜ਼ੀ ਹੋਵੇ, ਉਹ ਬਾਲਣ ਡਾਹ ਰਹੇ ਹਾਂ ਅਸੀਂ। ਜਿੰਨਾ ਅਸੀਂ ਬਾਲਣ ਸੁੱਟੀ ਜਾਂਦੇ ਹਾਂ ਉਨੀ ਅੱਗ ਹੋਰ ਉੱਚੀ ਮੱਚਦੀ ਹੈ। ਅਸੀਂ ਫੇਰ ਜਾਂਦੇ ਹਾਂ ਵੀ ਅੱਗ ਜਿੰਨੀ ਉੱਚੀ ਇਹਦੀ ਹੁਣ ਲਪਟ ਥੱਲੇ ਨਾ ਆਏ, ਹੋਰ ਬਾਲਣ ਲਿਆਓ। ਸਾਹ ਮੁੱਕ ਜਾਂਦੇ ਨੇ, ਬਾਲਣ ਢੋਨੇ ਆ ਅੱਗ ਬਲਦੀ ਰੱਖਣ ਵਾਸਤੇ, ਪਰ ਅੱਗ ਰੱਜਦੀ ਨਹੀਂ, ਬਾਲਣ ਪੂਰਾ ਹੁੰਦਾ ਹੀ ਨਹੀਂ। ਇਹੀ ਜੀਵਨ ਦੀ ਖੇਡ, ਇਹੀ ਸਾਡਾ ਸਫ਼ਰ ਹੈ, ਇਹੀ ਹਮਾਰਾ ਜੀਵਨ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਬ ਚੂਕੈ ਪੰਚ ਧਾਤ ਕੀ ਰਚਨਾ, ਪੰਜਾਂ ਤੱਤਾਂ ਦੀ ਰਚਨਾ ਜੋ ਇਹ ਸਰੀਰ ਹੈ, ਜਦੋਂ ਇਹਦਾ ਮੋਹ, ਤ੍ਰਿਸ਼ਨਾ ਬਿਰਤੀ, ਵਾਸ਼ਨਾਵਾਂ ਦੀ ਖਿੱਚ ਜਿਹੜੀ ਹੈ, ਜਿਹੜੀ ਜਗ੍ਹਾ ਘੇਰ ਕੇ ਬੈਠੀ ਹੈ, ਜਿਹਦੀ ਗੁਲਾਮੀ ਅਸੀਂ ਕਰਦੇ ਹਾਂ। ਸਾਨੂੰ ਲੱਗਦਾ ਅਸੀਂ ਸਰੀਰ ਪਾਲਦੇ ਹਾਂ, ਧਿਆਨ 'ਚ ਰੱਖਣਾ, ਸਾਨੂੰ ਲੱਗਦਾ ਹੈ ਅਸੀਂ ਸਰੀਰ ਪਾਲ ਰਹੇ, ਨਹੀਂ। ਸਰੀਰ ਦੇ ਰਾਹੀਂ ਮਨ ਜਿਹੜੀਆਂ ਵਾਸ਼ਨਾਵਾਂ ਭੋਗਣਾ ਚਾਹੁੰਦਾ ਹੈ, ਅਸੀਂ ਉਹਦੀ ਗੁਲਾਮੀ ਕਰ ਰਹੇ, ਸਰੀਰ ਨਹੀਂ ਪਾਲ ਰਹੇ। ਸਾਨੂੰ ਲੱਗਦਾ ਹੈ ਐਸਾ ਕਰਕੇ ਮੈਂ ਸਰੀਰ ਦਾ ਧਿਆਨ ਰੱਖ ਰਿਹਾ, ਨਾ, ਗਲਤ ਗੱਲ ਹੈ। ਸਰੀਰ ਆਪਣੀ ਕਿਰਤ ਦੇ ਪ੍ਰਸ਼ਾਦੇ ਨਾਲ ਵੀ ਪਲਦਾ ਹੈ, ਪਰ ਜਦੋਂ ਸਾਡੇ ਅੰਦਰੋਂ ਇਹ ਖਿਆਲ ਉਪਜਦਾ ਹੈ ਨਾ, ਫਲਾਨੇ ਦੀ ਜੇਬ ਕੱਟ, ਫਲਾਨੇ ਦਾ ਹੱਕ ਮਾਰ, ਉਹ ਸਰੀਰ ਪਾਲਣ ਵਾਸਤੇ ਨਹੀਂ ਹੁੰਦਾ, ਉਹ ਇੱਕ ਮਨ ਦੀ ਭੁੱਖ ਹੈ, ਮਨ ਦਾ ਹਲਕਾ ਹੈ, ਜਿਹੜਾ ਪੂਰਾ ਕਰਨ ਤੁਰਦੇ ਹਾਂ ਅਸੀਂ। ਉਹ ਲੋੜ ਨਹੀਂ ਹੈ, ਉਹ ਲੋਭ ਹੈ, ਉਹ ਤ੍ਰਿਸ਼ਨਾ ਹੈ। ਅੱਖ ਦਾ ਕਰਮ ਹੈ, ਉਸਨੇ ਵੇਖਣਾ ਹੈ, ਦਿਮਾਗ ਦਾ, ਬੁੱਧੀ ਦਾ ਕੰਮ ਨੇ ਨਿਰਣਾ ਕਰਨਾ। ਪਰ ਜਦੋਂ ਅਸੀਂ ਮੈਲਾ ਤੱਕਦੇ ਹਾਂ, ਇਹ ਲੋੜ ਥੋੜ੍ਹੀ ਹੈ ਸਾਡੀ। ਰਸਨਾ ਨਾਲ ਮੰਦਾ ਬੋਲਣਾ, ਇਹ ਲੋੜ ਥੋੜ੍ਹੀ ਹੈ ਸਾਡੀ। ਕੰਨਾਂ ਨਾਲ ਭੈੜਾ ਸੁਣਨਾ, ਇਹ ਲੋੜ ਥੋੜ੍ਹੀ ਹੈ। ਇਹ ਅੱਗ ਹੈ, ਜਿਸ ਦੀ ਰਿਕੁਆਇਰਮੈਂਟ, ਲੋੜ ਪੂਰੀ ਕਰਨ ਲਈ ਅਸੀਂ ਵਿਸ਼ੇ ਵਿਕਾਰ ਭੋਗਦੇ ਹਾਂ। ਉਹ ਹੈ ਮਨ ਦੇ ਫੁਰਨਿਆਂ ਸਦਕਾ। ਹੁਣ ਇੰਨੀ ਜਗ੍ਹਾ ਉਹਨੇ ਅੰਦਰ ਘੇਰੀ ਹੋਈ ਹੈ। ਮੰਨ ਲਓ ਜੇ ਇਹ ਰੋਗ ਅੰਦਰੋਂ ਮੁੱਕ ਜਾਏ, ਹਾਲ ਦੀ ਘੜੀ ਇਮੈਜਿਨ ਕਰਕੇ ਵੇਖੀਏ, ਜ਼ਿੰਦਗੀ ਕਿੰਨੀ ਸਹਿਲੀ ਜੀ ਲੱਗੇਗੀ, ਸੌਖੀ ਜੀ ਲੱਗੇ, ਜਿਵੇਂ ਬਹੁਤਾ ਭਾਰ, ਜਿਵੇਂ ਕਿਸੇ ਦੀ ਗੁਲਾਮੀ ਤੋਂ ਖਹਿੜਾ ਛੁੱਟ ਗਿਆ ਹੋਵੇ। ਜਿਵੇਂ ਨਾ ਕਿਸੇ ਗੁਲਾਮੀ ਚੋਂ ਜਾਂ ਕਿਸੇ ਕੈਦ ਚੋਂ ਬੰਦਾ ਮੁਕਤ ਹੋ ਜਾਂਦਾ ਹੈ। ਜਿਵੇਂ ਬੰਨੇ ਹੋਏ ਅਸੀਂ ਤੁਰਦੇ ਸਾਂ ਤੇ ਸਾਡੇ ਬੰਧਨ ਤੋੜ ਦਿੱਤੇ ਨੇ ਕਿਸੇ ਨੇ। ਇਹਨੂੰ ਕਿਹਾ ਜਬ ਚੂਕੈ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵਾਂਗੇ। ਇਹ ਉਹ ਭਰਮ ਜਿਹੜੇ ਦੇਹ ਅਧਿਆਸ ਦੇ ਰਾਹੀਂ ਪੈਦਾ ਹੋਏ ਸਨ, ਉਹ ਸਾਰੇ ਚੁਕਾ ਦਿੱਤੇ, ਖਤਮ ਕਰ ਲਏ। ਦਰਸ਼ਨ ਛੋੜ ਪਏ ਸਮਦਰਸ਼ੀ, ਏਕੋ ਨਾਮ ਧਿਆਵਾਂਗੇ। ਦਰਸ਼ਨ ਦਾ ਅਰਥ ਹੈ ਵੱਖਰੇ ਵੱਖਰੇ ਭੇਖ ਨੇ, ਰਸਤੇ ਨੇ। ਰਸਤਿਆਂ ਤੇ ਤੁਰਨ ਵਾਲੇ ਲੜ ਰਹੇ, ਮੇਰਾ ਰਸਤਾ ਸਹੀ, ਮੇਰਾ ਸਹੀ। ਦੂਜਾ ਕਹਿੰਦਾ, ਖੜੇ ਉੱਥੇ ਹੀ ਨੇ ਸਾਰੇ, ਲੜ ਇਸ ਕਰਕੇ ਰਹੇ ਨੇ ਵੀ ਤੂੰ ਮੇਰੇ ਵਰਗਾ ਕਿਉਂ ਨਹੀਂ ਤੇ ਮੈਂ ਤੇਰੇ ਵਰਗਾ ਕਿਉਂ। ਕਬੀਰ ਜੀ ਕਹਿੰਦੇ ਮੈਂ ਸਾਰੇ ਹੀ ਛੱਡ ਦਿੱਤੇ, ਮੈਂ ਇਹਨਾਂ ਝਗੜਿਆਂ ਤੋਂ ਮੁਕਤ ਹਾਂ, ਮੈਂ ਸਮਦਰਸ਼ੀ ਹੋ ਗਿਆ, ਸਾਰੇ ਹੀ ਮੇਰੇ ਨੇ, ਸਾਰੇ ਹੀ ਪਰਮੇਸ਼ਰ ਦੇ। ਏਕੋ ਨਾਮ ਧਿਆਵਾਂਗੇ, ਮੈਂ ਕਿਸੇ ਭੇਖ ਦਾ ਪ੍ਰਚਾਰ ਨਹੀਂ ਕਰਦਾ, ਮੈਂ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ, ਜਪਦਾ, ਉਹਦੇ ਵਿੱਚ ਸੁਰਤ ਜੋੜਦਾ। ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵਾਂਗੇ।
ਹੁਣ ਮਨ ਦੀ ਦਸ਼ਾ ਇਹ ਹੈ ਵੀ ਜਿਸ ਰਾਹ ਤੇ ਸੱਚ ਦੇ ਮਾਰਗ ਤੇ ਪਰਮੇਸ਼ਰ ਨੇ ਤੋਰਿਆ, ਸ਼ੰਕਾ ਕੋਈ ਨਹੀਂ, ਭਰਮ ਕੋਈ ਨਹੀਂ, ਭੈ ਕੋਈ ਨਹੀਂ, ਡਾਵਾਂ ਡੋਲ ਦੀ ਅਵਸਥਾ ਕੋਈ ਨਹੀਂ, ਲੱਗੇ ਹੋਏ ਆ, ਉਹੀ ਕਰਮ ਕਰ ਰਹੇ ਜੋ ਦੀ ਰਜ਼ਾ ਚੰਗੇ ਨੇ। ਹਰ ਜੀ ਕਿਰਪਾ ਕਰੇ ਜੋ ਆਪਣੀ, ਤਉ ਗੁਰ ਕੇ ਸ਼ਬਦ ਸਮਾਵੈਂਗੇ। ਹਰੀ ਜੀ ਨੇ ਜੋ ਆਪਣੀ ਕਿਰਪਾ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ, ਉਸ ਸਦਕਾ ਅਸੀਂ ਗੁਰੂ ਦੇ ਸ਼ਬਦ ਨੂੰ ਕਮਾਉਂਦਿਆਂ ਹੋਇਆਂ ਸ਼ਬਦ ਰੂਪ ਹੋ ਰਹੇ ਹਾਂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਪੜ੍ਹੀ ਹੈ, ਉਹਦਾ ਰੂਪ ਹੋਣਾ, ਉਹਦੇ ਮੁਤਾਬਕ ਬਦਲਣਾ। ਜੀਵਤ ਮਰੋ ਮਰੋ ਪੁਨ ਜੀਵੋ, ਪੁਨਰਪ ਜਨਮ ਨਾ ਹੋਇ। ਜਿਉਂਦਿਆਂ ਜੀ ਮਰ ਜਾਣਾ, ਦੇਹ ਅਧਿਆਸ, ਤ੍ਰਿਸ਼ਨਾ, ਮੰਦੇ ਵਿਚਾਰ, ਮੰਦੇ ਖਿਆਲ, ਮੰਦੇ ਆਚਰਣ ਤੋਂ ਮੁਕਤ ਹੋ ਜਾਣਾ। ਮਰੋ ਪੁਨ ਜੀਵੋ, ਜੇ ਮੌਤ ਮਰਦੇ ਹੋ ਤਾਂ ਫਿਰ ਆਤਮਿਕ ਜੀਵਨ ਮਿਲੇਗਾ। ਪੁਨਰਪ ਜਨਮ ਨਾ ਹੋਈ, ਫਿਰ ਭਟਕਣਾ ਨਹੀਂ ਹੋਏਗੀ। ਬਾਰ ਬਾਰ ਮਾਇਆ ਨਾਮ ਗਰਭ ਜੋਨ ਕਾ, ਤੇ ਤਜ ਦਰਸ਼ਨ ਪਾਵੋ। ਕਉ ਕਬੀਰ ਜੋ ਨਾਮ ਸਮਾਨੇ, ਸੁਨ ਰਹਿਆ ਲਿਵ ਸੋਈ। ਹੇ ਕਬੀਰ ਆਖ, ਜੋ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਲੀਨ ਨੇ, ਪਰਮੇਸ਼ਰ ਦੀ ਸੱਤਾ ਵਿੱਚ ਸੁਰਤ ਕਰਕੇ ਇੱਕ ਸੁਰ ਨੇ, ਉਹ ਅਫੁਰ ਅਵਸਥਾ ਦੇ ਧਾਰਨੀ ਭਾਵ ਉਹਨਾਂ ਦਾ ਮਨ ਵਿਚਲਿਤ ਨਹੀਂ ਹੁੰਦਾ, ਪਰੇਸ਼ਾਨੀਆਂ 'ਚ ਨਹੀਂ ਲੰਘਦਾ, ਮਾਇਆ ਦੇ ਪਰਦੇ ਉਹਨਾਂ ਦੇ ਮੁੱਕ ਗਏ ਨੇ, ਭਰਮਾਂ 'ਚੋਂ ਮੁਕਤ ਹੋ ਗਏ ਨੇ, ਮੰਦੇ ਖਿਆਲਾਂ ਤੋਂ ਰਹਿਤ ਹੋ ਗਏ। ਲਿਵ ਸੋਈ, ਉਹਨਾਂ ਦੀ ਲਿਵ, ਉਹਨਾਂ ਦਾ ਧਿਆਨ, ਉਹਨਾਂ ਦੀ ਇਕਾਗਰਤਾ ਸਦਾ ਉਸ ਪਰਮ ਹਸਤੀ ਦੇ ਵਿੱਚ ਲੱਗੀ ਰਹਿੰਦੀ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।